ਆਪ ਸਭ ਦਾ ਸਵਾਗਤ ਹੈ YouTube ਚੈਨਲ ਸਬਜੈਕਟ ਮਾਸਟਰਸ ਦੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਜਿਹੜੀਆਂ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਆਫਿਸਰ CDPO ਦੀਆਂ ਜਿਹੜੀਆਂ ਵੈਕੈਂਸੀਜ਼ ਆਊਟ ਹੋਈਆਂ ਨੇ ਕਿ ਉਹਨਾਂ ਦਾ ਜਿਹੜਾ ਸਿਲੈਕਸ਼ਨ ਪ੍ਰੋਸੀਜਰ ਕੀ ਹੈ। ਕਿ ਆਲਰੇਡੀ ਵੈਸੇ ਮੈਂ ਜਿਹੜੀ ਵੀਡੀਓ ਸਭ ਤੋਂ ਫਸਟ ਡੇ ਅਪਲੋਡ ਕੀਤੀ ਸੀ CDPO ਦੀਆਂ ਵੈਕੈਂਸੀਜ਼ ਦੇ ਰਿਗਾਰਡਿੰਗ, ਉਹਦੇ ਵਿੱਚ ਮੈਂ ਤੁਹਾਨੂੰ ਮਤਲਬ ਕਿ ਥੋੜ੍ਹਾ ਜਿਹਾ ਦੱਸਦਾ ਸੀਗਾ ਕਿ ਕਿਸ ਤਰ੍ਹਾਂ ਜਿਹੜਾ ਤੁਹਾਡਾ ਮਤਲਬ ਕਿ ਪੇਪਰ ਹੋਊਗਾ, ਠੀਕ ਹੈ, ਸਾਰਾ ਕੁਝ ਕਿੰਨੇ ਕੁ ਕੁਐਸਚਨ ਆਉਣਗੇ। ਬਟ ਕਈ ਕੈਂਡੀਡੇਟ ਡਿਮਾਂਡ ਕਰ ਰਹੇ ਹੈ ਕਿ ਇੱਕ ਵਾਰੀ ਇਹਨਾਂ ਦਾ ਸਿਲੈਕਸ਼ਨ ਪ੍ਰੋਸੀਜਰ ਦੱਸਿਆ ਜਾਵੇ, ਤਾਂ ਮੈਂ ਸੋਚਿਆ ਕਿ ਤੁਹਾਨੂੰ ਡਿਟੇਲ 'ਚ ਦੱਸ ਦਿੰਦੇ ਹਾਂ ਕਿ ਸਿਲੈਕਸ਼ਨ ਪ੍ਰੋਸੈਸ ਆ ਜਿਹੜਾ ਇਹਦਾ ਕੀ ਰਹਿਣ ਵਾਲਾ। ਜੇ ਆਪਾਂ ਗੱਲ ਕਰੀਏ ਜੀ ਤਾਂ ਟੋਟਲ ਜਿਹੜਾ 120 ਕੁਐਸਚਨ 120 ਕੁਐਸਚਨ ਜਿਹੜੇ ਪੇਪਰ ਦੇ ਵਿੱਚ ਆਉਣਗੇ ਅਤੇ 4 ਮਾਰਕਸ ਦਾ ਹਰੇਕ ਕੁਐਸਚਨ ਹੋਊਗਾ। ਮੀਨਸ 480 ਨੰਬਰ ਦਾ ਤੁਹਾਡਾ ਜਿਹੜਾ ਇਹ ਪੇਪਰ ਹੋਊਗਾ। ਪੇਪਰ ਦੇ ਵਿੱਚ ਇੱਕ ਪਾਰਟ A ਹੋਊਗਾ ਅਤੇ ਇੱਕ ਪਾਰਟ B ਹੋਊਗਾ। ਪਾਰਟ A ਜਿਹੜਾ ਤੁਹਾਡਾ ਹੋਊਗਾ ਉਹ ਸਬਜੈਕਟ, ਜਿਵੇਂ ਆਪਾਂ ਹੁਣ ਪੜ੍ਹ ਰਹੇ ਹਾਂ ਨਾ CDP ਪੜ੍ਹ ਰਹੇ ਹਾਂ, ਜਿਹੜਾ ਇਹ ਡਿਵੈਲਪਮੈਂਟ ਵਗੈਰਾ ਜਿਹੜਾ ਵੀ ਕੁਛ ਆਪਾਂ ਮੀਨਸ ਪੜ੍ਹ ਰਹੇ ਹਾਂ ਉਹਦੇ ਵਿੱਚੋਂ ਕੁਐਸਚਨ ਹੋਣਗੇ। ਡਿਟੇਲ ਦੇ ਵਿੱਚ ਸਿਲੇਬਸ ਇਹਨਾਂ ਨੇ ਲਾਸਟ 'ਤੇ ਦਿੱਤਾ ਹੋਇਆ, ਮੈਂ ਤੁਹਾਨੂੰ ਉਹ ਵੀ ਦਿਖਾ ਦੂੰਗੀ, ਤੁਸੀਂ ਉੱਥੋਂ ਅਗਰ ਨੋਟ ਕਰਨਾ ਤਾਂ ਨੋਟ ਕਰ ਸਕਦੇ ਹੋ। ਅਤੇ ਪਾਰਟ B ਦੇ ਵਿੱਚ ਜਿਹੜਾ ਜਰਨਲ ਨੌਲੇਜ, ਲੌਜੀਕਲ ਰੀਜ਼ਨਿੰਗ, ਮੈਂਟਲ ਐਬਿਲਿਟੀ, ਲੌਜੀਕਲ ਰੀਜ਼ਨਿੰਗ ਐਂਡ ਕੁਆਂਟੀਟੇਟਿਵ ਐਪਟੀਟਿਊਡ ਜਿਹੜਾ ਦੇਖਣ ਨੂੰ ਮਿਲੂਗਾ ਪਾਰਟ B ਦੇ ਵਿੱਚ। ਜਿਹੜਾ ਪੇਪਰ ਹੋਊਗਾ ਤੁਹਾਡਾ ਪਾਰਟ A ਦੇ ਵਿੱਚੋਂ 100 ਕੁਐਸਚਨ ਹੋਣਗੇ, ਮੀਨਸ ਕਿ 100 ਕੁਐਸਚਨ 400 ਨੰਬਰਾਂ ਦੇ, ਠੀਕ ਹੈ। ਅਤੇ ਜਿਹੜਾ ਪਾਰਟ B ਹੋ ਉਹਦੇ ਵਿੱਚ 20 ਕੁਐਸਚਨ ਹੋਣਗੇ 80 ਨੰਬਰਾਂ ਦੇ, ਕਿਉਂਕਿ ਹਰੇਕ ਕੁਐਸਚਨ 4 ਨੰਬਰ ਦਾ ਹੈ। ਪੇਪਰ ਤੁਹਾਡਾ ਮਲਟੀਪਲ ਚੋਇਸ ਕੁਐਸਚਨ ਟਿਕ ਮਾਰਕ ਵਾਲਾ ਪੇਪਰ ਹੋਊਗਾ, MCQ ਬੇਸਡ ਹੀ ਜਿਹੜਾ ਤੁਹਾਡਾ ਪੇਪਰ ਹੋਊਗਾ। ਜਿਹੜੇ ਇੱਥੇ ਇੰਪੋਰਟੈਂਟ ਪੁਆਇੰਟਸ ਇਹਨਾਂ ਨੇ ਲਿਖੇ ਨੇ, ਦ ਕੁਐਸਚਨ ਪੇਪਰ ਵਿਲ ਬੀ ਇਨ ਇੰਗਲਿਸ਼ ਲੈਂਗੁਏਜ ਓਨਲੀ। ਜਿਹੜਾ ਕੁਐਸਚਨ ਪੇਪਰ ਹੋਊਗਾ ਤੁਹਾਡਾ ਸਿਰਫ ਇੰਗਲਿਸ਼ ਲੈਂਗੁਏਜ ਵਿੱਚ ਹੋਊਗਾ ਅਤੇ 4 ਮਾਰਕਸ ਦਾ ਈਚ ਕੁਐਸਚਨ ਉਹ ਤੁਹਾਨੂੰ ਦੱਸਤਾ। ਅਤੇ ਉਹ ਤੋਂ ਬਿਨਾਂ ਇਹ ਪੇਪਰ ਦੇ ਵਿੱਚ ਨੈਗੇਟਿਵ ਮਾਰਕਿੰਗ ਹੈਗੀ ਹੈ। ਅਗਰ ਤੁਸੀਂ ਕੋਈ ਕੁਐਸਚਨ ਗਲਤ ਕਰਦੇ ਹੋ ਤਾਂ ਮੀਨਸ ਨੈਗੇਟਿਵ ਮਾਰਕਿੰਗ ਹੈ। ਕਰੈਕਟ ਆਨਸਰ ਲਈ ਤੁਹਾਨੂੰ 4 ਮਾਰਕਸ ਮਿਲਣਗੇ। ਅਗਰ ਤੁਸੀਂ ਰੋਂਗ ਆਨਸਰ ਦਿੰਦੇ ਹੋ ਤਾਂ ਤੁਹਾਡਾ ਜਿਹੜਾ 1 ਨੰਬਰ ਡਿਡਕਟ ਹੋ ਜਾਊਗਾ, ਠੀਕ ਹੈ, ਰੋਂਗ ਆਨਸਰ ਦੇ ਲਈ। ਉਹ ਤੋਂ ਅੱਗੇ ਜੇ ਅਸੀਂ ਗੱਲ ਕਰੀਏ ਅਤੇ ਓਫੀਸ਼ੀਅਲ ਸਾਈਟ ਜਿਹੜੀ ਇਹਨਾਂ ਦੀ ਹੈਗੀ ਆ ਉਹਦੀ ਤੁਹਾਡੀ ਆਨਸਰ ਕੀ ਅਪਲੋਡ ਕਰ ਦਿੱਤੀ ਜਾਊਗੀ ਪੇਪਰ ਤੋਂ ਬਾਅਦ, ਠੀਕ ਹੈ। ਅਤੇ ਤੁਸੀਂ ਓਬਜੈਕਸ਼ਨ ਵਗੈਰਾ ਵੀ ਲਗਾ ਸਕਦੇ ਹੋ। ਤਾਂ ਤੁਹਾਨੂੰ ਪਤਾ ਹੀ ਹੈ ਹਰੇਕ ਪੇਪਰ 'ਚ ਹੁੰਦਾ ਕਿ ਅਗਰ ਕਿਸੇ ਕੁਐਸਚਨ 'ਚ ਤੁਹਾਨੂੰ ਡਾਊਟ ਹੈ, ਤੁਹਾਨੂੰ ਲੱਗਦਾ ਕਿ ਜਿਹੜਾ ਆਨਸਰ ਕੀ 'ਚ ਉਹਨਾਂ ਨੇ ਆਨਸਰ ਦਿੱਤਾ ਬਟ ਕੋਈ ਇਹਦਾ ਕਰੈਕਟ ਆਨਸਰ ਕੋਈ ਹੋਰ ਹੈ, ਅਗਰ ਤੁਹਾਡੇ ਕੋਲ ਪ੍ਰੂਫ ਹੈਗਾ ਉਸ ਚੀਜ਼ ਦਾ ਤਾਂ ਤੁਸੀਂ ਜਿਹੜੀ ਉਹਦੇ 'ਤੇ ਓਬਜੈਕਸ਼ਨ ਲਗਾ ਸਕਦੇ ਹੋ। ਉਹ ਤੋਂ ਬਿਨਾਂ ਅਨਆਨਸਰਡ ਜਾਂ ਫਿਰ ਅਨਅਟੈਂਪਟਡ ਕੁਐਸਚਨਸ ਵਿਲ ਬੀ ਗਿਵਨ ਨੋ ਮਾਰਕਸ, ਠੀਕ ਹੈ। ਅਤੇ ਉਹ ਤੋਂ ਬਿਨਾਂ ਅਗਰ ਤੁਸੀਂ ਮਤਲਬ ਕਈ ਵਾਰੀ ਐਵੇਂ ਨਹੀਂ ਹੁੰਦਾ ਕਿ ਕੋਈ ਕੁਐਸਚਨ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਕੁਐਸਚਨ ਪੇਪਰ ਦੇ ਵਿੱਚ ਹੀ ਪਹਿਲਾਂ ਤੋਂ ਹੀ, ਠੀਕ ਹੈ, ਤਾਂ ਉਹਦਾ ਗ੍ਰੇਸ ਮਾਰਕਸ ਮਿਲਣਗੇ। ਚਾਹੇ ਕਿਸੇ ਨੇ ਅਟੈਂਪਟ ਕੀਤਾ ਕੁਐਸਚਨ ਚਾਹੇ ਨਹੀਂ ਕੀਤਾ, ਸਾਰਿਆਂ ਨੂੰ ਉਹਦੇ ਜਿਹੜੇ 4 ਮਾਰਕਸ ਨੇ ਗ੍ਰੇਸ ਮਾਰਕਸ ਮਿਲਣਗੇ। ਉਹ ਤੋਂ ਬਿਨਾਂ ਜਿਹੜਾ ਇਗਜ਼ਾਮ ਹੈ ਤੁਹਾਡਾ ਉਹ 2 ਘੰਟੇ ਦਾ ਪੇਪਰ ਹੋਊਗਾ, ਠੀਕ ਹੈ। ਅਤੇ ਮੋਡ ਆਫ ਐਗਜ਼ਾਮੀਨੇਸ਼ਨ ਦੀ ਜੇ ਅਸੀਂ ਗੱਲ ਕਰੀਏ, ਦ ਐਗਜ਼ਾਮੀਨੇਸ਼ਨ ਇਜ਼ ਅ ਪੈਨ ਐਂਡ ਪੇਪਰ ਬੇਸਡ। OMR ਸ਼ੀਟ ਤੁਹਾਨੂੰ ਮਿਲੂਗੀ ਜਿਹਦੇ 'ਤੇ ਤੁਸੀਂ ਵਾਲ ਪੁਆਇੰਟ ਪੈਨ ਯੂਜ਼ ਕਰਕੇ ਆਨਸਰ ਟਿਕ ਕਰਨਾ ਹੋਊਗਾ। ਕੰਪਿਊਟਰਾਈਜ਼ਡ ਪੇਪਰ ਨਹੀਂ ਹੋਊਗਾ ਤੁਹਾਡਾ, ਠੀਕ ਹੈ। ਮੀਨਸ OMR ਸ਼ੀਟ ਬੇਸਡ ਜਿਹੜਾ ਤੁਹਾਡਾ ਇਹ ਪੇਪਰ ਹੋਊਗਾ। ਉਹ ਤੋਂ ਬਾਅਦ ਜਿਹੜੇ ਐਗਜ਼ਾਮ ਸੈਂਟਰ ਵਗੈਰਾ ਨੇ ਉਹ ਤਾਂ ਜਦੋਂ ਤੁਹਾਡਾ ਐਡਮਿਟ ਕਾਰਡ ਵਗੈਰਾ ਮਤਲਬ ਕਿ ਅਪਲੋਡ ਕਰਦੇ ਆ ਉਹਦੇ 'ਤੇ ਮੈਨਸ਼ਨ ਤੁਹਾਨੂੰ ਇਹ ਕਰ ਦੇਣਗੇ ਕਿ ਕਿਸ ਜਗ੍ਹਾ 'ਤੇ ਤੁਹਾਡਾ ਜਿਹੜਾ ਪੇਪਰ ਹੋਊਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਫਾਈਨਲ ਰਿਜ਼ਲਟ ਦੀ। ਜਿਹੜਾ ਫਾਈਨਲ ਰਿਜ਼ਲਟ ਆ ਓਨਲੀ ਔਨ ਦੀ ਬੇਸਿਸ ਆਫ ਰਿਟਨ ਐਗਜ਼ਾਮੀਨੇਸ਼ਨ ਓਨਲੀ। ਮੀਨਸ ਕੋਈ ਵੀ ਇਹਦੇ ਵਿੱਚ ਜਿਵੇਂ ਇੰਟਰਵਿਊ ਵਗੈਰਾ ਨਹੀਂ ਹੋਊਗੀ। ਇੱਥੇ ਸਪੈਸ਼ਲ ਇਹਨਾਂ ਨੇ ਮੈਨਸ਼ਨ ਕੀਤਾ ਨੋ ਇੰਟਰਵਿਊ ਸ਼ੈਲ ਬੀ ਕੰਡਕਟਡ ਫਾਰ ਸਿਲੈਕਸ਼ਨ ਆਫ ਦੀਜ਼ ਪੋਸਟਸ। ਕੋਈ ਵੀ ਇੰਟਰਵਿਊ ਨਹੀਂ ਹੋਊਗੀ, ਸਿਰਫ ਤੁਹਾਡਾ ਜਿਹੜਾ ਰਿਟਨ ਪੇਪਰ ਹੋਊਗਾ ਉਸ ਬੇਸ 'ਤੇ ਜਿਹੜੀ ਮੈਰਿਟ ਬਣੂਗੀ। ਉਹ ਤੋਂ ਬਾਅਦ ਇੱਥੇ ਇਹਨਾਂ ਨੇ ਸਪੈਸ਼ਲੀ ਮੈਨਸ਼ਨ ਕੀਤਾ ਹੈ no candidate shall be eligible to be appointed unless he she obtains 40% marks in the competitive examination
and 35% for candidates belongs to SC of Punjab and BC of Punjab। ਸ਼ੈਡਿਊਲਡ ਕਾਸਟ ਐਂਡ ਬੈਕਵਰਡ ਕਲਾਸਿਸ ਦੇ ਕੈਂਡੀਡੇਟਸ ਨੇ, ਮੀਨਸ ਉਹਨਾਂ ਦੇ ਅਗਰ 35% ਤੋਂ ਘੱਟ ਮਾਰਕਸ ਬਣਦੇ ਨੇ ਅਤੇ ਜਿਹੜੀਆਂ ਹੋਰ ਅਦਰ ਕੈਟਾਗਰੀਜ਼ ਨੇ ਇਹਨਾਂ ਤੋਂ ਬਿਨਾਂ ਉਹਨਾਂ ਦੇ ਅਗਰ 40% ਮਾਰਕਸ ਤੋਂ 40% ਤੋਂ ਘੱਟ ਮਾਰਕਸ ਪੇਪਰ ਦੇ ਵਿੱਚੋਂ ਆਉਂਦੇ ਨੇ ਤਾਂ ਉਹ ਜੋਬ ਦੇ ਲਈ ਐਲੀਜੀਬਲ ਨਹੀਂ ਮੰਨੇ ਜਾਣਗੇ। ਮੰਨ ਕੇ ਚੱਲੋ, ਜੇ ਮੈਂ ਸਿੱਧਾ ਤੁਹਾਨੂੰ ਇਹ ਕਹਾਂ ਕਿ ਮੰਨ ਲਓ ਜਿਵੇਂ 10 ਵੇਕੈਂਸੀਜ਼ ਨੇ ਮੰਨ ਲਓ, ਠੀਕ ਹੈ, ਅਗਰ ਉਹਦੇ ਵਿੱਚੋਂ 8 ਵੇਕੈਂਸੀਜ਼ ਪੂਰੀਆਂ ਹੋ ਗਈਆਂ, ਜਿਹੜੀਆਂ 2 ਵੇਕੈਂਸੀਜ਼ ਨੇ ਉਹ ਖਾਲੀ ਰਹਿ ਗਈਆਂ ਕਿਉਂਕਿ ਜਿਹੜੇ ਕੈਂਡੀਡੇਟ ਸੀ ਉਹਨਾਂ ਦੇ ਜਿਹੜੇ ਪਰਸੈਂਟੇਜ ਸੀ ਜਿੰਨੀ ਉਹਨਾਂ ਨੇ ਮੰਗੀ ਹੈ ਕੈਟਾਗਰੀ ਅਕੋਰਡਿੰਗ 40% 35% ਤੋਂ ਘੱਟ ਹੈ, ਤਾਂ ਇਹ ਨਹੀਂ ਹੈਗਾ ਕਿ 2 ਪੋਸਟਾਂ 'ਤੇ ਉਹਨਾਂ ਨੂੰ ਉੱਥੇ ਲਾ ਲਿਆ ਜਾਊਗਾ। ਨਹੀਂ, ਉਹ ਕਹਿੰਦੇ ਇਦੋਂ ਘੱਟ ਵਾਲਿਆਂ ਨੂੰ ਅਸੀਂ ਐਲੀਜੀਬਲ ਨਹੀਂ ਮੰਨਾਂਗੇ, ਬੇਸ਼ੱਕ ਦੀ ਜਿਹੜੀਆਂ ਵੇਕੈਂਸੀਜ਼ ਨੇ ਉਹ ਖਾਲੀ ਰਹਿ ਜਾਣ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਗਰ ਤੁਹਾਡੇ 40% ਮਾਰਕਸ ਜਾਂ 40% ਤੋਂ ਜ਼ਿਆਦਾ ਆ ਗਏ ਤਾਂ ਤੁਹਾਨੂੰ ਜ਼ਰੂਰ ਜੋਬ ਮਿਲੂਗੀ। ਇਹਦਾ ਮਤਲਬ ਐਲੀਜੀਬਿਲਿਟੀ ਹੈ ਇਹ, ਠੀਕ ਹੈ, ਜੋਬ ਲੈਣ ਲਈ। ਕਈ ਵਾਰੀ ਕੀ ਹੁੰਦਾ ਕੈਂਡੀਡੇਟ ਮਤਲਬ ਇਸ ਨੂੰ ਗਲਤ ਤਰੀਕੇ ਨਾਲ ਪੜ੍ਹਦੇ ਆ, ਉਹ ਸੋਚਦੇ ਆ ਕਿ ਅਗਰ ਅਸੀਂ ਨੇ ਸਿਰਫ 40% ਮਾਰਕਸ ਹੀ ਲੈਣੇ ਆ, ਅਗਰ 40% ਮਾਰਕਸ ਸਾਡੇ ਆ ਗਏ ਤਾਂ ਸਾਡੀ ਜੋਬ ਪੱਕੀ। ਇਹਦਾ ਮਤਲਬ ਇਹ ਨਹੀਂ ਹੁੰਦਾ, ਠੀਕ ਹੈ ਜੀ। ਕਿਉਂਕਿ ਪਿੱਛੇ ਜੇ ਨਾ ਹੁਣ ਜਿਹੜੀਆਂ ਪੰਜਾਬ ਪੁਲਿਸ ਕਾਂਸਟੇਬਲ ਦੀਆਂ ਜਦੋਂ ਵੇਕੈਂਸੀਜ਼ ਆਊਟ ਹੋਈਆਂ ਸੀ, ਜਿਹੜੀਆਂ ਹੁਣ ਪਿੱਛੇ ਹਾਲੇ ਵੈਸੇ ਭਰਤੀ ਉਹ ਕੰਪਲੀਟ ਨਹੀਂ ਹੋਈ, ਤਾਂ ਉਹਨਾਂ ਦਾ ਜਦੋਂ ਰਿਜ਼ਲਟ ਆਇਆ ਤਾਂ ਬਹੁਤ ਸਾਰੇ ਕੈਂਡੀਡੇਟ ਇਹ ਗੱਲ ਕਰ ਰਹੇ ਸੀ ਕਿ ਇਹਨਾਂ ਨੇ ਜਿਹੜੀ ਰਿਕੁਆਇਰਮੈਂਟ 35 ਅਤੇ 40% ਦੀ ਰੱਖੀ ਸੀ, ਸਾਡੀ ਪਰਸੈਂਟੇਜ ਜ਼ਿਆਦਾ ਤਾਂ ਸਾਨੂੰ ਜੋਬ ਮਿਲਣੀ ਚਾਹੀਦੀ ਹੈ। ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਨੂੰ ਜੋਬ ਮਿਲੂਗੀ ਹੀ ਮਿਲੂਗੀ। ਉਹ ਦੇਖੋ, ਜਿਹੜੀ ਜੋਬ ਮਿਲਣੀ ਹੈ ਉਹ ਤਾਂ ਮੈਰਿਟ ਬੇਸ 'ਤੇ ਹੀ ਮਿਲਣੀ ਹੈ। ਉਹਦਾ ਮਤਲਬ ਸਿਰਫ ਇਹ ਹੁੰਦਾ ਕਿ ਅਗਰ ਤੁਹਾਡੇ 40% ਜਾਂ ਫਿਰ ਦੂਸਰੀ ਕੈਟਾਗਰੀ ਜਿਹੜੀ ਇਹਨਾਂ ਨੇ ਮੈਂਸ਼ਨ ਕੀਤੀਆਂ ਨੇ 35% ਤੋਂ ਘੱਟ ਅਗਰ ਤੁਹਾਡੇ ਪਰਸੈਂਟੇਜ ਆ ਗਈ ਪੇਪਰ ਦੇ ਵਿੱਚ, ਅਗਰ ਪੋਸਟਾਂ ਖਾਲੀ ਵੀ ਰਹਿ ਗਿਆ ਤਾਂ ਤੁਸੀਂ ਉੱਥੇ ਕਹਿ ਨਹੀਂ ਸਕਦੇ ਇਹ ਚੀਜ਼ ਵੀ ਸਾਨੂੰ ਇਹ ਮਤਲਬ ਕਿ ਪੋਸਟ 'ਤੇ ਸਾਨੂੰ ਮਤਲਬ ਕਿ ਰੱਖੋ। ਕਿਉਂਕਿ ਦੇਖੋ ਬਹੁਤ ਸਾਰੀਆਂ ਵੇਕੈਂਸੀਜ਼ ਐਵੇਂ ਹੁੰਦੀਆਂ ਨੇ ਜਿੱਥੇ ਕੋਈ ਵੀ ਐਵੇਂ ਦੀ ਸ਼ਰਤ ਨਹੀਂ ਰੱਖੀ ਜਾਂਦੀ, ਉੱਪਰ ਤੋਂ ਨੀਚੇ ਤੱਕ ਮੈਰਿਟ ਲੈ ਕੇ ਆਉਂਦੇ ਨੇ, ਚਾਹੇ ਤੁਹਾਡੇ 40 ਨੰਬਰ ਨੇ, 30 ਨੇ, 20 ਨੇ, ਜਿੱਥੇ ਤੱਕ ਆ ਕੇ ਮੈਰਿਟ ਰੁਕਦੀ ਆ ਉੱਥੇ ਜਿਹੜੇ ਬੱਚੇ ਸਿਲੈਕਟ ਹੁੰਦੇ ਨੇ। ਤਾਂ ਇਹਦਾ ਮਤਲਬ ਹੋ ਗਿਆ ਕਿ 40% ਅਤੇ 35% ਤੋਂ ਘੱਟ ਨੇ ਤਾਂ ਤੁਸੀਂ ਫੇਲ ਹੋ, ਜੋਬ ਤੁਹਾਨੂੰ ਮਿਲ ਨਹੀਂ ਸਕਦੀ, ਠੀਕ ਹੈ। ਬਟ ਜਿਹੜੀ ਫਾਈਨਲ ਸਿਲੈਕਸ਼ਨ ਹੋਊਗੀ ਤੁਹਾਡੀ, ਜਿਹੜਾ ਤੁਹਾਡਾ ਐਗਜ਼ਾਮ ਹੈ, ਫਾਈਨਲ ਰਿਜ਼ਲਟ ਸ਼ੈਲ ਬੀ ਪ੍ਰੀਪੇਅਰਡ ਔਨ ਦੀ ਬੇਸਿਸ ਆਫ ਦੀ ਨੈਟ ਮਾਰਕਸ ਓਬਟੇਨਡ ਬਾਈ ਦੀ ਕੈਂਡੀਡੇਟਸ। ਨੈਟ ਮਾਰਕਸ ਪਾਰਟ 1 ਐਂਡ ਪਾਰਟ 2 ਦੋਨਾਂ 'ਚੋਂ ਮਿਲਾ ਕੇ ਜਿਹੜੇ ਤੁਹਾਡੇ ਮਾਰਕਸ ਬਣਨਗੇ, ਠੀਕ ਹੈ, ਤਾਂ ਹੀ ਤੁਹਾਡਾ ਜਿਹੜਾ ਮਤਲਬ ਕਿ ਫਾਈਨਲ ਮੈਰਿਟ ਆ, ਜਿਹੜੀ ਮੈਰਿਟ ਲਿਸਟ ਆ ਉਹ ਤਿਆਰ ਕੀਤੀ ਜਾਊਗੀ। ਕੈਟੇਗਰੀ ਵਾਈਜ਼ ਮੈਰਿਟ ਲਿਸਟ ਵਿਲ ਬੀ ਡਰਾਨ ਔਨ ਦੀ ਬੇਸਿਸ ਆਫ ਦੀ ਨੈਟ ਮਾਰਕਸ ਕੋਡ। ਉਹੀ ਚੀਜ਼ ਆ ਗਈ ਕਿ ਕੈਟਾਗਰੀ ਵਾਈਜ਼ ਦੇਖਿਆ ਹੀ ਹੋਣਾ, ਸਾਰੀਆਂ ਪੋਸਟਾਂ 'ਚ ਐਵੇਂ ਹੀ ਹੁੰਦਾ, ਕੈਟਾਗਰੀ ਵਾਈਜ਼ ਜਿਹੜੀ ਤੁਹਾਡੀ ਮੈਰਿਟ ਲਿਸਟ ਹੈ ਜਿਹੜੀ ਉਹ ਅਪਲੋਡ ਕੀਤੀ ਜਾਊਗੀ। ਫਾਈਨਲ ਸਿਲੈਕਸ਼ਨ ਤੁਹਾਡੀ ਜਿਹੜਾ ਤੁਹਾਡਾ ਰਿਟਨ ਪੇਪਰ ਹੈ ਉਸ ਬੇਸ 'ਤੇ ਹੋਊਗੀ। ਸਿਲੇਬਸ ਪਾਰਟ A ਯੂਨਿਟ 1 ਚਾਈਲਡ ਵੈਲਫੇਅਰ ਇਨ ਇੰਡੀਆ। ਟੌਪਿਕ ਇੱਥੇ ਤੁਸੀਂ ਦੇਖ ਸਕਦੇ ਹੋ, ਅਦਰਵਾਈਜ਼ ਮੈਂ ਟੌਪਿਕ ਲਾਈਨ ਵਾਈਜ਼ ਤੁਹਾਨੂੰ ਕਰਵਾ ਹੀ ਰਹੀ ਹਾਂ। ਜਿਵੇਂ ਮੈਂ ਡੈਫੀਨੇਸ਼ਨ ਆਫ ਚਾਈਲਡ, ਗਰੋਥ, ਡਿਵੈਲਪਮੈਂਟ, ਮੀਨਸ ਮੈਂ ਲਾਈਨ ਵਾਈਜ਼ ਹੀ ਤੁਹਾਨੂੰ ਟੌਪਿਕ ਕਰਵਾਉਂਗੀ। ਆਪਣਾ ਤੁਸੀਂ ਨੋਟ ਕਰਕੇ ਟਿਕ ਕਰ ਲਿਆ ਕਰੋ ਕਿ ਕਿਹੜਾ ਟੌਪਿਕ ਕਵਰ ਹੋ ਗਿਆ। ਯੂਨਿਟ 2 ਹੈਲਥ, ਨਿਊਟ੍ਰੀਸ਼ਨ ਐਂਡ ਚਿਲਡਰਨ। 3rd ਯੂਨਿਟ ਚਾਈਲਡ ਰਾਈਟਸ ਐਂਡ ਪ੍ਰੋਟੈਕਸ਼ਨ। ਨੈਕਸਟ 4th ਯੂਨਿਟ ਆ ਗਈ ਪੋਲਿਸੀਜ਼ ਐਂਡ ਪ੍ਰੋਗਰਾਮਸ ਆਫ ਵੂਮੈਨ ਐਂਡ ਚਿਲਡਰਨ। 4th ਯੂਨਿਟ ਦੇ ਸਾਰੇ ਇੱਥੇ ਜਿਹੜੇ ਟੌਪਿਕ ਨੇ ਇਹਨਾਂ ਨੇ ਮੈਂਸ਼ਨ ਕਰਤੇ ਕਿ ਕਿਹੜੇ ਕਿਹੜੇ ਤੁਸੀਂ ਪੇਪਰ ਲਈ ਤਿਆਰ ਕਰਨੇ ਨੇ। ਯੂਨਿਟ 5th ਲੈਜੀਸਲੇਸ਼ਨਸ ਪਰਟੇਨਿੰਗ ਟੂ ਵੂਮੈਨ ਐਂਡ ਚਿਲਡਰਨ, ਠੀਕ ਹੈ ਜੀ। ਵੈਸੇ ਕੋਈ ਜੇ ਆਪਾਂ ਦੇਖੀਏ ਕੱਲਾ ਟੌਪਿਕ ਇਹਨਾਂ ਨੇ ਮੈਂਸ਼ਨ ਕਰਤਾ, ਉਹ ਤੋਂ ਬਿਨਾਂ ਕੁਛ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ। ਜਿੰਨੇ ਟੌਪਿਕ ਮੈਂਸ਼ਨ ਕੀਤੇ ਨੇ ਓਨਾ ਕਰੋ, ਉਸ ਦੇ ਵਿੱਚੋਂ ਹੀ ਜਿਹੜੇ ਕੁਐਸਚਨ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ। ਨੈਕਸਟ ਅੱਗੇ ਆ ਗਿਆ ਜੀ ਸਾਡੇ ਕੋਲ ਪਾਰਟ B। ਪਾਰਟ ਵਿੱਚ ਜਰਨਲ ਨੌਲੇਜ ਐਂਡ ਕਰੰਟ ਅਫੇਅਰਸ। ਜਰਨਲ ਨੌਲੇਜ ਐਂਡ ਕਰੰਟ ਅਫੇਅਰਸ ਆਫ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ ਇਨਕਲੂਡਿੰਗ। ਇੱਥੇ ਮੈਂਸ਼ਨ ਕੀਤੇ ਨੇ ਕਿ ਕਿਹੜੇ ਕਿਹੜੇ ਇਸ਼ੂਜ਼ ਨੇ, ਜਿਵੇਂ ਠੀਕ ਹੈ ਸਾਇੰਸ ਐਂਡ ਟੈਕਨੋਲੋਜੀ ਹੋ ਗਿਆ। ਮੀਨਸ ਇਹ ਸਾਰਿਆਂ ਦੇ ਵਿੱਚੋਂ ਜਿਹੜੇ ਕੁਐਸਚਨ ਪਾਰਟ B 'ਚ ਦੇਖਣ ਨੂੰ ਮਿਲ ਸਕਦੇ ਨੇ। ਅੱਗੇ ਹਿਸਟਰੀ ਵਗੈਰਾ ਦਿੱਤੀ ਹੋਈ ਇਹਨਾਂ ਨੇ ਮੈਂਸ਼ਨ ਕੀਤਾ ਕਿ 14th ਸੈਂਚੁਰੀ ਔਨਵਰਡਸ, ਠੀਕ ਹੈ, ਇਹ ਸਾਰੀ ਹਿਸਟਰੀ ਕਰਨੀ ਹੈ।
ਅੱਗੇ ਆ ਗਿਆ ਜੀ ਪਾਰਟ ਬੀ ਦਾ ਜਰਨਲ ਮੈਂਟਲ ਐਬਿਲਿਟੀ ਦੇ ਟੌਪਿਕ ਨੇ, ਲੌਜੀਕਲ ਰੀਜ਼ਨਿੰਗ ਦੇ ਦੈਨ ਕੁਆਂਟੀਟੇਟਿਵ ਐਪਟੀਟਿਊਡ ਦੇ ਜਿਹੜੇ ਟੌਪਿਕ ਨੇ। ਪਾਰਟ ਏ ਅਸੀਂ ਨੇ ਸਟਾਰਟ ਕਰਾਤਾ ਅਤੇ ਪਾਰਟ ਬੀ ਆ ਜਿਹੜਾ ਉਹਦਾ ਪਹਿਲਾਂ ਅਸੀਂ ਜਿਹੜਾ ਜਰਨਲ ਮੈਂਟਲ ਐਬਿਲਿਟੀ ਵਾਲਾ ਟੌਪਿਕ ਜਿਹੜਾ ਸ਼ੁਰੂ ਕਰਾਂਗੇ, ਠੀਕ ਹੈ। GK ਕਰੰਟ ਅਫੇਅਰਸ ਵਗੈਰਾ ਹਾਲੇ ਨਹੀਂ ਸਟਾਰਟ ਕਰਾਂਗੇ, ਪਹਿਲਾਂ ਜਰਨਲ ਮੈਂਟਲ ਐਬਿਲਿਟੀ, ਲੌਜੀਕਲ ਰੀਜ਼ਨਿੰਗ, ਕੁਆਂਟੀਟਿਵ ਐਪਟੀਟਿਊਡ, ਇਹਦੇ ਵਿੱਚੋਂ ਜਿਹੜੇ ਟੌਪਿਕ ਅਸੀਂ ਸਟਾਰਟ ਕਰਾਂਗੇ। ਕੋਸ਼ਿਸ਼ ਕਰਾਂਗੇ ਕਿ ਪਾਰਟ ਏ ਦੇ ਨਾਲ ਨਾਲ ਪਾਰਟ ਬੀ ਵੀ ਜਿਹੜਾ ਅਸੀਂ ਸਟਾਰਟ ਕਰ ਦਈਏ, ਕਿਉਂਕਿ ਪਾਰਟ ਬੀ ਆ ਜਿਹੜਾ ਤੁਹਾਨੂੰ ਤਕਰੀਬਨ ਜਿੰਨੀਆਂ ਵੀ ਵੇਕੈਂਸੀਜ਼ ਆਊਟ ਹੁੰਦੀਆਂ ਨੇ ਪੰਜਾਬ ਗੌਰਮੈਂਟ ਦੀਆਂ, ਉਹਨਾਂ ਸਾਰਿਆਂ 'ਚ ਜਿਹੜਾ ਕੰਮ ਆਊਗਾ। ਬਾਕੀ ਚੈਨਲ ਨਾਲ ਜੁੜੇ ਰਹੋ ਜੀ CDPO ਦੇ ਪੇਪਰ ਦੀ ਤਿਆਰੀ ਦੇ ਲਈ, ਠੀਕ ਹੈ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ ਜੀ, ਚੈਨਲ ਸਬਸਕ੍ਰਾਈਬ ਕਰਿਓ। ਧੰਨਵਾਦ।